ओंकार सतनाम करता पुरख निर्भयो निर्वैर अकाल मूर्त अजूनी सैभम गुर प्रसाद पैंडी पंदुष मैं कोई ना डिठा तू नानक मन भाना कोड कुम्हाई किस मित्र चोले जय मिल कंत पछाना कोल कुम्हाई तिस मित्र विचोले जय मिल कंत पछाना सतनाम वाहिगुरु साहिब जियो बसंत महला पंजवा मिल पानी ज्यों हरे बूट साध संगत त्यों हौ मैं छूट जैसी दासे पीर मीर जैसी दासे तीर मीर तैसे उदाहरण गुरहें पीर तुम दाते प्रभ देनहार निमख निमख तिस नमस्कार रहा जिसे परापत साध संग तिस जन लागा पार ब्रह्म रंग ते बंधन ते पहे मुक्त भगत आराधें जोग जुगत नेत्र संतोखे दर्श पेख रसना गाए गुण अनेक तृष्णा बूझी गुर प्रसाद मन आधाना हर रस सुआद सेवक लागो चरण से आद पुरख अपरंपर दे सगले उदाहरण तेरो नाम नानक पायो एह निधान सेवक लागो चरण से आद पुरख अपरंपर दे सगले उदाहरण तेरो नाम नानक पायो एह निधान। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी गुरु पातशाह जी दी अजीम अपार बख्शिश टल दी शाम ਅਸੀਂ सत्संगी बने हाँ गुरु हजूरी ਨੂੰ ਮਾਣਦਿਆਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ। ਹੁਣ ਗੁਰ ਅਸਥਾਨ ਦੀ ਮਰਿਆਦਾ ਅਨੁਸਾਰ ਇਹ ਸਮਾਂ ਗੁਰ ਸ਼ਬਦ ਵਿਆਖਿਆ ਦਾ ਹੈ। ਜਿਸ ਗੋਚਰੇ ਰਾਗ ਬਸੰਤ ਦੀ ਰਚਨਾ ਮਹਲਾ ਪੰਜਵਾਂ ਧੰਨ ਗੁਰੂ ਅਰਜਨ ਸਾਹਿਬ ਪੰਚਮ ਨਾਨਕ ਉਹਨਾਂ ਦੁਆਰਾ ਉਚਰਿਤ ਕੀਤੀ ਗਈ ਮੁਕਾਮੀ ਬਾਣੀ ਵਿਚਾਰੀ ਜਾ ਰਹੀ ਹੈ। ਇਸ ਲੜੀ ਵਿੱਚ ਆਪ ਜੀ ਨੇ ਅਗਲੇਰਾ ਸ਼ਬਦ ਸਰਵਨ ਕੀਤਾ ਹੈ। ਬਚਨ
व्याख्यान के रूप में रहाव के बंद तो प्रारंभ कर रहे हाँ। सब जिक्र कर रहे ने, तुम दाते प्रभ देनहार, निमक निमक तिस नमस्कार रहाओ। तुम दाते प्रभ देनहार। अकाल पुरख वाहिगुरु रब भगवान ईश्वर अल्लाह मौला गॉड जो तुसी तरजीह दिओ, जो तुहाडी प्रैफरेंस है, उस हस्ती नूं उस एग्जिस्टेंस नूं तुसी नाम दे लवो। फिर यह है उस एग्जिस्टेंस विच ही मेरी तुहाडी सारियां दी एग्जिस्टेंस आ, उहदी होंद विच ही साडी होंद आ। उहदी होंद दा एहसास ही इस होंद विच असीं माणदे आ, जिहनूं भगती कहा जाता है। फिर भी क्या गाहे बगाहे करतार दे बने हुए हुक्म विच जो सानूं इह जीवन मानण लई मिलिया है एज ए ह्यूमन फॉर्म दे विच, असीं उस करतारी हुक्म अनुसार बहुत सारिया ख्वाहिशां इच्छावां डिज़ायर्स जिहड़ियां ने उन्हां नूं लैके तुरदे हैं। Here and there we sometimes feel that we are not able to meet our desires, or we are actually lacking a lot in our needs, in our wishes. So what to do? Where to go? ਉਹਦੇ ਲਈ ਫਿਰ ਸਾਨੂੰ ਪ੍ਰੇਰਿਆ ਗਿਆ, ਅਰਦਾਸ ਕਰੋ, ਪ੍ਰਾਰਥਨਾ ਕਰੋ, ਪ੍ਰੇਰ ਕਰੋ। ਇਸ ਨੂੰ ਫਿਰ ਭਗਤੀ ਦਾ ਇੱਕ ਕਹਿ ਲਓ ਨੈਕਸਟ ਚੈਪਟਰ ਲਿਆਂਦਾ ਗਿਆ ਜਾਂ ਨੈਕਸਟ ਸਟੈਪ ਲਿਆਂਦਾ ਗਿਆ। ਅਸੀਂ ਬਚਨ ਵਾਰ-ਵਾਰ ਪੜ੍ਹਦੇ ਹਾਂ, ਤੁਸੀਂ ਜਪ ਕਰਨਾ ਹੈ, ਸਿਮਰਨ ਕਰਨਾ ਹੈ। ਜਪ ਸਿਮਰਨ ਦੇ ਨਾਲ ਤੁਸੀਂ ਅਰਦਾਸ ਕਰਨੀ ਹੈ। ਆਪਾਂ ਆਪਣੀ ਰਹਿਣੀ ਰਹਿਤ, ਜਿਹਨੂੰ ਅਸੀਂ ਸਿੱਖੀ ਕੋਡ ਆਫ ਕੰਡਕਟ ਕਹਿੰਦੇ ਹਾਂ, ਉਹਨੂੰ ਦੇਖੀਏ। ਆਪਾਂ ਪਾਠ ਕਰਦੇ ਹਾਂ, ਪਾਠ ਕਰਕੇ ਅਰਦਾਸ ਕਰਦੇ ਹਾਂ। ਆਪਾਂ ਕੋਈ ਈਵਨ ਦਿਨ ਦੀ ਪ੍ਰਾਰੰਭਤਾ ਕਰ ਰਹੇ ਹਾਂ, ਕਹਿੰਦੇ ਚਲੋ ਗੁਰੂ ਮਹਾਰਾਜ ਦੇ ਮੱਥਾ ਟੇਕ ਕੇ ਅਰਦਾਸ ਕਰਦੇ ਹਾਂ। ਅਸੀਂ ਕੋਈ ਕਾਰਜ ਪ੍ਰਾਰੰਭ ਕਰ ਰਹੇ ਹਾਂ, ਲੈਟਸ ਗੋ ਟੂ ਗੁਰਦੁਆਰਾ ਸਾਹਿਬ ਐਂਡ ਜਸਟ ਡੂ ਸਮ ਪ੍ਰੇਅਰ ਟੂਵਰਡ ਵਾਹਿਗੁਰੂ ਜੀ। ਅਸੀਂ ਕਿਸੇ ਕਾਰਜ 'ਚ ਸਟਕ ਫੀਲ ਕਰਦੇ ਹਾਂ, ਚਲੋ ਆਪਾਂ ਵਾਹਿਗੁਰੂ ਦਾ ਹੋਟ ਆਸਰਾ ਲੈਂਦੇ ਹਾਂ, ਅਸੀਂ ਉਹਦੇ ਅੱਗੇ ਅਰਦਾਸ ਕਰਦੇ ਹਾਂ। ਕੋਈ ਕਾਰਜ ਸਾਡੇ ਅਨੁਸਾਰ ਅਕਾਂਪਲਿਸ਼ ਹੋ ਗਿਆ, ਅਸੀਂ ਕਿਹਾ ਚਲੋ ਧੰਨਵਾਦ ਤਾਂ ਕਰਦੇ ਹਾਂ, ਅਰਦਾਸ ਕਰਦੇ ਹਾਂ ਜਾ ਕੇ। ਸੋ ਸਾਰੇ ਦੇ ਸਾਡੀ ਅਰਦਾਸ, ਸਾਡੀ ਪ੍ਰਾਰਥਨਾ, ਸਾਡੀ ਅਰਜ਼ੋਈ ਇਹ ਸੈਂਟਰਲ ਪਾਰਟ ਹੈ। ਇਸ ਬਾਬਤ ਜੇ ਆਪਾਂ ਬਿਲਕੁਲ ਰੈਸ਼ਨਲ ਸਾਈਡ ਤੋਂ, ਬੜੇ ਤਾਰਕਿਕ ਪੱਖ ਦੇ ਤਰਕ ਰੂਪ ਦੇ ਵਿੱਚ, ਬੜੇ ਕਹਿ ਲਈ ਕਿ ਬਿਲਕੁਲ ਦਲੀਲ ਦੇ ਰੂਪ ਦੇ ਵਿੱਚ ਅਸੀਂ ਗੱਲ ਕਰੀਏ, ਤੇ ਜਿਸ ਦੁਨੀਆ 'ਚ ਅੱਜ ਅਸੀਂ ਰਹਿ ਰਹੇ ਹਾਂ, ਵਿਚਰ ਰਹੇ ਹਾਂ, ਇਹਦੇ 'ਚ ਵੀ ਕਿਹਾ ਗਿਆ ਕਿ ਮਨ ਦੇ ਵਿੱਚ ਜਦੋਂ ਵਲਵਲਿਆਂ ਦਾ ਬਹੁਤ ਜ਼ਿਆਦਾ ਤੂਫਾਨ ਉੱਠਦਾ ਆ, ਤੇ ਮਨ ਆਪੋਂ ਬਹੁਤ ਸਾਰੀਆਂ ਧਾਰਨਾਵਾਂ ਬਣਾਉਂਦਾ ਆ, ਜਿਹਨੂੰ ਅਸੀਂ ਇੱਕ ਸਿੰਪਲ ਟਰਮਨੋਲੋਜੀ 'ਚ ਆ ਕੇ ਐਂਡ ਅਪ ਕਰਦੇ ਹਾਂ ਓਵਰ ਥਿੰਕਿੰਗ। ਮਤਲਬ ਕੋਈ ਚੀਜ਼ ਤੁਸੀਂ ਅਜੇ ਸ਼ੁਰੂ ਕਰ ਰਹੇ ਹੋ, ਉਹਦੇ ਪ੍ਰੋਜ਼, ਉਹਦੇ ਕੌਨ ਸੋਚਦੇ ਹੋ, ਉਹਦੇ ਬਾਰੇ ਇਮੈਜੀਨੇਸ਼ਨ ਕਰਦੇ ਹੋ, ਫਿਰ ਸੱਜੇ ਖੱਬੇ ਜਾਂਦੇ ਹੋ, ਫਿਰ ਇੱਕ ਐਸਾ ਵੰਡਰ ਉੱਠਦਾ ਆ, ਮਿਜ਼ਰੀ, ਅਜੇ ਕੁਝ ਬਣਿਆ ਨਹੀਂ, ਹੋਇਆ ਨਹੀਂ, ਸ਼ੁਰੂ ਨਹੀਂ ਕੀਤਾ, ਪਰ ਯੂ ਆਰ ਗੈਟਿੰਗ ਸੋ ਮਚ ਇਨ ਯੂਰ ਮਾਈਂਡ। ਸੋ ਹਾਊ ਟੂ ਸਟਾਪ ਇਟ? ਇਹ ਲੋਕ ਕਹਿੰਦੇ ਬੜੀ ਵੱਡੀ ਮੁਸ਼ਕਿਲ ਹੈ, ਜੱਦੋ ਜਹਿਦ ਹੈ। ਵੀ ਕਰਨਾ ਕਰਾਉਣਾ ਤੇ ਬਾਅਦ ਦੀ ਗੱਲ ਰਹੀ, ਪਹਿਲਾਂ ਇਸ ਮਿਜਰੀ ਤੋਂ ਹੀ ਬਾਹਰ ਆਵਾਂਗਾ, ਐਟਲੀਸਟ ਤਾਂ ਕੁਝ ਕਰਨ ਦੇ ਕਾਬਿਲ ਬਣਾਂਗਾ। ਫਿਰ ਇਹ 'ਚ ਕਿਹਾ ਜਾਂਦਾ ਚਲੋ ਇੱਕ ਕੰਮ ਕਰਦੇ ਹਾਂ, ਆਪਾਂ ਜਿੰਨਾ ਕੁ ਪਾਰਟ ਆਪਣਾ ਕਰਨਾ ਆ ਆਪਾਂ ਉਨਾ ਹੀ ਕਰ ਸਕਦੇ ਇੱਕ ਟਾਈਮ ਦੇ ਵਿੱਚ। ਇੱਕ ਟਾਈਮ ਦੇ ਵਿੱਚ ਈਵਨ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਵੀ ਆਰ ਦਾ ਕ੍ਰੀਚਰ ਆਫ 2 legs। ਮਨੁੱਖ ਜਿਹੜਾ ਆ ਇਹ 2 ਪੈਰਾਂ 'ਤੇ ਤੁਰਨ ਵਾਲਾ ਇੱਕ ਮੈਮਲ ਆ, ਪਰ 2 ਪੈਰਾਂ 'ਤੇ ਅਸੀਂ ਕਹਿ ਦਿੰਦੇ ਹਾਂ। ਤੁਸੀਂ ਬੜੇ ਧਿਆਨ ਨਾਲ ਦੇਖੋਗੇ ਤੇ ਅਸੀਂ ਇੱਕ ਪੈਰ 'ਤੇ ਤੁਰਦੇ ਹਾਂ। ਜਦੋਂ ਇੱਕ ਪੈਰ ਅਸੀਂ ਜ਼ਮੀਨ 'ਤੇ ਰੱਖਿਆ, ਦੂਜਾ ਤੇ ਹਵਾ 'ਚ ਹੈ। ਤੁਸੀਂ ਜੇ ਦੋਨੋਂ ਪੈਰ ਇਕੱਠੇ ਟਿਕਾਉਣ ਦੀ ਕੋਸ਼ਿਸ਼ ਕਰੋਗੇ, ਯੂ ਵੋਂਟ ਬੀ ਏਬਲ ਟੂ ਗੋ ਐਨੀਵੇਅਰ। ਇਫ ਯੂ ਵਾਂਟ ਟੂ ਮੂਵ ਐਨੀਵੇਅਰ, ਯੂ ਹੈਵ ਟੂ ਟੇਕ ਯੂਰ ਹੋਲ ਵੇਟ ਔਨ 1 feet। ਇੱਕ ਪੈਰ ਦੇ ਉੱਤੇ ਤੁਹਾਨੂੰ ਜਿਹੜਾ ਵਜਨ ਚੱਕਣਾ ਪੈਣਾ। ਕਿੰਨਾ ਮਤਲਬ ਦੇਖੋ ਤੇ ਸਹੀ ਤੁਸੀਂ, ਅਸੀਂ ਜਿੱਥੇ ਮਰਜ਼ੀ ਜਾਣਾ ਚਾਹੀਏ, ਪਰ ਐਟਲੀਸਟ ਸਾਡੇ ਕੋਲ ਸਿਰਫ ਇੰਨੀ ਕੀ ਪੋਸੀਬਿਲਿਟੀ ਹੈ, ਅਸੀਂ ਇੱਕ ਪੈਰ ਹੀ ਚੁੱਕ ਸਕਦੇ ਹਾਂ। ਫਿਰ ਉਸ ਪੈਰ ਨੂੰ ਟਿਕਾ ਕੇ ਫਿਰ ਦੂਜਾ ਪੈਰ ਚੁੱਕ ਸਕਦੇ ਹਾਂ। ਦੂਜਾ ਟਿਕ ਗਿਆ, ਫਿਰ ਪਹਿਲਾ ਚੱਕ ਸਕਦੇ ਹਾਂ।
सो इन ए वे दैट इज़ आवर मूव, ये साडा रियल मूव है उस रूप दे विच। फिर बंदा कहंदा अच्छा मैं तो एक कदम ही चुकना हाले, तो मैं तो जाना है घट तो घट कोई लख कदम, 1000 कदम, कदों पहुँचांगा, कित्थे पहुँचांगा? ये तो फिर फिक्रमंदगी आउंदी। ਆਪਾਂ एक काम करते हैं, ਆਪਾਂ सारी सोच ਨੂੰ एक विराम ला ਦਿੰਦੇ ਹਾਂ, एक ਆਪਾਂ ਉਹਨੂੰ ਸਟਾਪ ਕਰ ਦਿੰਦੇ ਹਾਂ। ਕਿਵੇਂ ਕਰਾਂਗੇ? ਆਪਾਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਤੇ ਕਹਿੰਦੇ ਹਾਂ ਵਾਹਿਗੁਰੂ ਸਾਨੂੰ ਸਮਰੱਥਾ ਦੇਈਂ, ਤੇ ਆਪਾਂ ਇੱਕ ਇੱਕ ਕਦਮ ਚੁੱਕੀ ਜਾਂਦੇ ਹਾਂ। ਰੈਸਟ ਆਫ ਇਟ ਲੀਵ ਟੂਵਰਡ ਵਾਹਿਗੁਰੂ। ਆ ਗੁਰੂ ਬਾਬਾ ਜੀ ਸਿਖਾ ਰਹੇ। ਇਹ ਐਕਚੁਅਲ ਲੈਵਲ ਤੇ ਇਹਨੂੰ ਅਸੀਂ ਬਲੀਵ ਕਹਿੰਦੇ ਹਾਂ, ਫੇਥ ਕਹਿੰਦੇ ਹਾਂ, ਵਿਸ਼ਵਾਸ ਕਹਿੰਦੇ ਹਾਂ। ਬੰਦਾ ਆਪ ਜੇਤੂ ਨਹੀਂ ਹੁੰਦਾ, ਉਹਦਾ ਵਿਸ਼ਵਾਸ ਜੇਤੂ ਹੁੰਦਾ। ਧਰਤੀ ਦੇ ਉੱਤੇ ਬੰਦੇ ਦੀਆਂ ਐਫਰਟਸ, ਉਦਮ, ਜਿਹਨੂੰ ਅਸੀਂ ਕਹਿ ਰਹੇ ਕਿ ਪ੍ਰਯਾਸਰਤਾ ਜਿਹੜੀ ਹੈ ਇਹ ਉਸਰਦੀ ਹੈ, ਪਰ ਜੇ ਤੁਸੀਂ ਬੜੇ ਧਿਆਨ ਨਾਲ ਦੇਖੋਗੇ ਨਾ ਤੇ ਉਸ ਪ੍ਰਯਾਸ ਨੂੰ ਵੀ ਜਿਹੜੀ ਪ੍ਰਵਾਜ਼ ਹੈ, ਜਿਹੜੇ ਖੰਭ ਨੇ, ਉਹ ਵਿਸ਼ਵਾਸ ਦਿੰਦਾ ਹੈ, ਅਰਦਾਸ ਦਿੰਦੀ ਹੈ। ਜੇ ਉਸ ਪ੍ਰਯਾਸ ਨੂੰ ਅਰਦਾਸ ਦੇ ਫਰ ਨਹੀਂ ਲਾਓਗੇ, ਖੰਭ ਨਹੀਂ ਲਾਓਗੇ, ਉਹ ਪ੍ਰਯਾਸ ਕਿਤੇ ਨਹੀਂ ਜਾ ਪਾਏਗਾ। ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਕੌਨਸੈਪਟ ਦਿੱਤਾ ਆ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਹਾਂ, ਆਪਾਂ ਬਹੁਤ ਸਾਰੀਆਂ ਚੀਜ਼ਾਂ ਲਿਟਰੇਚਰ 'ਚੋਂ ਪੜ੍ਹਦੇ ਹਾਂ ਜਿਹੜੀ ਗੁਰਬਾਣੀ ਦੀ ਸੋਚ ਨੂੰ ਰਿਫਲੈਕਟ ਕਰਦੀਆਂ ਨੇ। ਪ੍ਰੋਫੈਸਰ ਪੂਰਨ ਸਿੰਘ ਸਾਡੇ ਬੜੇ ਦਾਨਿਸ਼ਮੰਦ ਹਸਤੀ, ਉਹ ਕਹਿੰਦੇ ਅਰਦਾਸ ਕਰੋ ਪਰ ਚੇਤੇ ਰੱਖਿਆ ਜੇ ਜਿਸ ਚੀਜ਼ ਲਈ ਅਰਦਾਸ ਕੀਤੀ ਹੈ, ਜਿਸ ਕੰਮ ਲਈ ਅਰਦਾਸ ਕਰਕੇ ਉਸ ਕੰਮ 'ਚ ਲੱਗ ਜਾਇਓ। ਮਹਿਸੂਸ ਕਰੋਗੇ ਤੁਸੀਂ ਇਕੱਲੇ ਨਹੀਂ, ਜਿਹਦੇ ਚਰਨਾਂ 'ਚ ਅਰਦਾਸ ਕੀਤੀ ਸੀ ਉਹ ਵੀ ਨਾਲ ਹੀ ਹੈ, ਕਿਉਂਕਿ ਉਹਦੇ ਤੋਂ ਮਦਦ ਮੰਗੀ ਸੀ। ਉਹਨੇ ਕਿਹਾ ਤੂੰ ਕਰਨਾ ਆ, ਮੈਂ ਤੇਰੀ ਮਦਦ ਲਈ ਤਿਆਰ ਹਾਂ। ਅਸੀਂ ਬਚਨ ਪੜ੍ਹਦੇ ਹਾਂ ਬਾਣੀ ਦੇ ਵਿੱਚ, ਮਹਾਰਾਜ ਬਿਆਨ ਕਰਦੇ ਸੰਤਾਂ ਕੇ ਕਾਰਜ ਆਪ ਖਲੋਵਾ, ਕਹਿੰਦਾ ਕਿ ਹਰ ਕੰਮ ਕਰਾਵਣ ਆਇਆ ਰਾਮ। ਹੁਣ ਲਾਈਨ ਹੈ ਪੂਰੀ, ਗੁਰੂ ਅਰਜਨ ਸਾਹਿਬ ਦੀ ਬਚਨ ਹੈ ਪੂਰਾ। ਮਹਾਰਾਜ ਕਹਿੰਦੇ ਇੰਝ ਲੱਗਾ ਜਿਵੇਂ ਹਰੀ ਆਪ ਹੀ ਆਪਣੇ ਕਾਰਜ ਨੂੰ ਸਰ ਕਰਨ ਵਾਸਤੇ ਆ ਗਿਆ ਸਰੂਪ ਦੇ ਵਿੱਚ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਚੇਤੇ ਰੱਖਿਆ ਜੇ ਜਿਸ ਕਾਰਜ ਦੀ ਅਰਦਾਸ ਕੀਤੀ ਹੈ, ਜੇ ਅਰਦਾਸ ਕਰਕੇ ਉਸ ਕਾਰਜ 'ਚ ਲੱਗ ਗਏ ਹੋ, ਜਿਹਦੇ ਅੱਗੇ ਅਰਦਾਸ ਕੀਤੀ ਉਹ ਵੀ ਨਾਲ ਹੀ ਲੱਗ ਗਿਆ। ਅੱਛਾ, ਇੱਕ ਹੋਰ ਤਰੀਕਾ ਵੀ ਹੈ, ਉਹ ਹੈ ਬੰਦਾ ਅਰਦਾਸ ਕਰੇ, ਅਰਦਾਸ ਕਰਕੇ ਸੌਂ ਜੇ। ਪਹਿਲਾਂ ਅਰਦਾਸ ਕਰਤੀ ਹੁਣ ਸੌਂ ਗਏ। ਉਹ ਕਹਿੰਦੇ ਜਿਹੜਾ ਅਰਦਾਸ ਕਰਕੇ ਸੌ ਜਾਂਦਾ ਫਿਰ ਉੱਥੇ ਨਹੀਂ ਆਉਂਦਾ। ਮੇਨ ਕਰਾਉਣਾ ਉਹਨੇ ਤੁਹਾਡੇ ਤੋਂ ਆ, ਕਿਉਂਕਿ ਉਹਦਾ ਆਪਣਾ ਦੇਖੋ ਆਹੀ ਫਿਜ਼ੀਕਲ ਫਾਰਮ ਆ। ਅੱਜ ਹੀ ਬੜੇ ਪਿਆਰੇ ਸੱਜਣ ਵੀਰ ਜੀ ਹੈਗੇ ਨੇ, ਤੇ ਉਹ ਅਸੀਂ ਕੁਝ ਡਿਸਕਸ ਕਰ ਰਹੇ ਸੀਗੇ, ਤੇ ਉਹ ਕਹਿੰਦੇ ਐਜ਼ ਅ ਥੈਰੇਪਿਸਟ, ਕਹਿੰਦੇ ਮੈਂ ਥੈਰੇਪੀ ਸੈਸ਼ਨ ਵਿੱਚ ਸੀਗਾ ਤੁਹਾਡੇ ਨਾਲ ਗੱਲ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ, ਕਹਿੰਦੇ ਮੇਰੇ ਕੋਲ ਲੜਕਾ ਆਇਆ ਤੇ ਕਹਿੰਦਾ ਬਿਫੋਰ ਵੀ ਟਾਕ ਅਬਾਊਟ ਮਾਈ ਇਸ਼ੂਜ਼ ਕੈਨ ਆਈ ਆਸਕ ਯੂ ਫਿਊ ਥਿੰਗਸ, ਆਈ ਬਲੀਵ ਯੂ ਆਰ ਰਿਲੀਜੀਅਸ ਪਰਸਨ। ਉਹ ਕਹਿੰਦੇ ਯਾ ਯੂ ਕੈਨ ਸੇ ਇਟ, ਆਈ ਆਲਸੋ ਟਰਾਈ ਟੂ ਬੀ ਰਿਲੀਜੀਅਸ ਬਟ ਸਟਿਲ ਆਮ ਲਰਨਿੰਗ, ਆਮ ਸੀਕਰ ਆਫ religion or knowledge of religion. ਉਹ ਕਹਿੰਦਾ okay, so can I ask you, have you seen God? ਤੂੰ ਰੱਬ ਵੇਖਿਆ? ਉਹ ਕਹਿੰਦੇ ਮੈਨੂੰ ਇੱਕਦਮ ਨਾ ਗੁਲਜ਼ਾਰ ਸਿੰਘ ਤੁਹਾਡੀ ਕਹੀ ਹੋਈ ਬਾਤ ਦਾ ਅਹਿਸਾਸ ਆਈ, ਸੁਰਤ 'ਚ ਆਇਆ। ਮੈਂ ਕਿਹਾ if you are asking me that am I seen God in the human form or specific form, my answer would be no, I haven't seen, no one can see। ਇੱਕ ਸਪੈਸ਼ਲ ਫਾਰਮ ਦੇ ਵਿੱਚ, ਇੱਕ ਸਪੈਸ਼ਲ ਅੱਖ, ਨੱਕ, ਕੰਨ, ਮੂੰਹ ਦੇ ਉਸ ਰੂਪ ਵਿੱਚ ਨਹੀਂ ਦੇਖ ਪਾਓਗੇ। ਤੇ ਮੈਂ ਨਹੀਂ ਕਹਿੰਦਾ, ਗੁਰੂ ਨਾਨਕ ਸਾਹਿਬ ਕਹਿੰਦੇ, ਬਾਬਾ ਜੀ ਕਹਿੰਦੇ ਜਿਹਨੇ ਰੱਬ ਨੂੰ ਐਵੇਂ ਦੇਖਣਾ ਆ ਨਹੀਂ ਦੇਖ ਪਾਏਗਾ, ਕਿਉਂਕਿ ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕੋ। ਉਹਦੀਆਂ ਤੇ ਹਜ਼ਾਰਾਂ ਅੱਖਾਂ ਨੇ, ਉਹਦੀ ਤੇ ਇੱਕ ਵੀ ਅੱਖ ਨਹੀਂ ਗੀ, ਫਿਰ ਕਿਵੇਂ ਸਰੂਪ ਬਣਾਓਗੇ ਉਹਦਾ? ਲੋਕਾਂ ਨੇ ਲਿਟਰਲੀ ਤੌਰ 'ਤੇ ਮੂਰਤੀਆਂ ਬਣਾਈਆਂ। ਸਾਡੇ ਈਸਟਰਨ ਸਕੂਲ ਦੇ ਅੰਦਰ ਤੁਸੀਂ ਟ੍ਰੈਡੀਸ਼ਨਸ ਦੇਖੋ ਪੁਰਾਣੀਆਂ, ਹਜ਼ਾਰਾਂ ਸਾਲ ਦੀਆਂ। ਕਈ ਬਾਹਾਂ ਬਣਾ ਦਿੱਤੀਆਂ ਮੂਰਤੀ ਦੀਆਂ, ਕਈ ਅੱਖਾਂ ਬਣਾ ਦਿੱਤੀਆਂ, ਕਈ ਸਿਰ ਬਣਾ ਦਿੱਤੇ। ਐਕਚੁਅਲੀ ਉਹ ਕਿਸੇ ਇਮੈਜੀਨੇਸ਼ਨ ਦੇ ਵਿੱਚੋਂ ਕੋਈ ਚੀਜ਼ ਸਮਝਾ ਰਹੇ ਨੇ, ਪਰ ਅਨਫੋਰਚੂਨੇਟ ਗੱਲ ਇਹ ਹੈ ਅਸੀਂ ਚੀਜ਼ ਸਮਝਣ ਦੀ ਬਜਾਏ ਅਸੀਂ ਆਈਡੀਅਲ ਵਰਸ਼ਿਪਿਜ਼ਮ ਵਿੱਚ ਲੱਗ ਜਾਂਦੇ ਹਾਂ, ਉਸ ਚੀਜ਼ ਦੀ ਪਕੜ ਨਹੀਂ ਕਰਦੇ। ਹੁਣ ਜਿਹੜੀ ਟੂਕ ਮਾਤਰ ਬਾਤ ਕਰ ਰਿਹਾ, ਜਿਹੜਾ ਗੁਰੂ ਨਾਨਕ ਮਹਾਰਾਜ ਕਹਿੰਦੇ ਵੀ ਦੇਖ ਉਹਦੀ ਇੱਕ ਵੀ ਅੱਖ ਨਹੀਂ, ਉਹਦੀਆਂ ਹਜ਼ਾਰਾਂ ਅੱਖਾਂ ਨੇ, ਕਿਵੇਂ ਅਸੀਂ ਵੇਖਾਂਗੇ? ਬਾਬਾ ਜੀ ਕਹਿੰਦੇ ਸਭ ਮੈਂ ਜੋਤ ਹੈ ਸੋਈ, ਉਹਨੂੰ ਜੋਤ ਰੂਪ ਵਿੱਚ ਦੇਖਣਾ। ਜਿਹੜੀ ਬਾਤ ਵੀਰ ਜੀ ਦੀ ਮੈਂ ਕਰ ਰਿਹਾ ਸੀਗਾ, ਉਹ ਕਹਿੰਦੇ ਇਫ ਯੂ ਆਰ ਆਸਕਿੰਗ ਮੀ ਦੈਟ ਹੈਵ ਆਈ ਸੀਨ God in the specific form of human, my answer would be no, I haven't seen। ਪੁੱਤ ਇਸ ਰੂਪ ਵਿੱਚ ਮੈਂ ਨਹੀਂ ਦੇਖਿਆ ਉਸ ਨੂੰ। But if you are asking me
have I ever witnessed or ever seen God? Yeah, each and every moment. Such as, ਜਦੋਂ ਮੈਂ ਅੰਦਰ ਆ ਰਿਹਾ ਸੀਗਾ, when I was coming after you, you opened door for me and you were exercising kindness, and that kindness is the virtue of Vaheguru. And that time I was realizing Vaheguru is here in front of me. ਵਾਹਿਗੁਰੂ ਤੇ ਇੱਥੇ ਮੇਰੇ ਸਾਹਮਣੇ ਖੜਾ ਹੈ, ਹੁਣ ਹੀ ਐਕਸਰਸਾਈਜ਼ ਕਰ ਰਿਹਾ ਆਪਣੇ ਉਸ ਗੁਣ ਦੀ। I was able to see Vaheguru in your that specific activity, specific exercise, specific virtue. ਮਹਾਰਾਜ ਦੀ ਬਾਣੀ ਯੂਨੀਵਰਸਲ ਹੈ ਜੀ। ਬੰਦਾ ਸਪੇਸ ਤੇ ਸਪੇਸ ਤੋਂ ਵੀ ਅਗਾ ਚਲਾ ਜਾਏ, ਜੇ ਕੋਈ ਚੀਜ਼ ਉਹਨੂੰ ਰਿਲੇਵੈਂਟ ਵਾਕਿਆ 'ਚ ਲੱਗੇਗੀ ਕਿਤੇ ਆਪਣੀ ਬੈਟਰਮੈਂਟ ਵਾਸਤੇ, ਉਹ ਬਾਣੀ ਹੈ। ਮਹਾਰਾਜ ਬਿਆਨ ਕਰਦੇ, ਅਹਿਸਾਸ ਕਰ ਆਪਣੇ ਅਸਲ ਵਜੂਦ ਨੂੰ। ਐਜ਼ ਏ ਹਿਊਮਨ ਸਾਡਾ ਅਸਲ ਵਜੂਦ ਗੁਣ ਹੈ, ਖੂਬੀ ਹੈ। ਸਾਡਾ ਅਸਲ ਵਜੂਦ ਧਰਤੀ ਦੇ ਉੱਤੇ ਜੀਵਨ ਦੀਆਂ ਖੂਬੀਆਂ ਨੂੰ ਅਹਿਸਾਸਣਾ ਤੇ ਮੰਨਣਾ ਹੈ। ਫਿਰ ਬੇਨਤੀ ਕਰਾਂਗੇ, ਧਰਤੀ ਸਾਨੂੰ ਨਵਾਜਣ ਲਈ ਤਿਆਰ ਆ। ਮਨੁੱਖ ਈਵਨ ਆਪਾਂ ਜੇ ਕੈਪੀਟਲਿਸਟਿਕ ਸੁਸਾਇਟੀ 'ਚ ਰਹਿ ਰਹੇ ਹਾਂ, ਇਕਨੋਮਿਕਲ ਸਾਈਡ ਤੋਂ ਬੜੀਆਂ ਕਮਾਲ ਦੀਆਂ ਰਿਸਰਚ ਸਟੱਡੀਜ਼, ਬੜੀ ਫਿਲਾਸਫੀਕਲ ਸਾਈਡ ਤੋਂ ਚੀਜ਼ਾਂ ਲਿਖੀਆਂ ਜਾ ਰਹੀਆਂ ਅੱਜ ਦੀ ਦੁਨੀਆ ਦੇ ਵਿੱਚ। ਇਹ ਮੰਨਿਆ ਗਿਆ ਕਿ 20 ਤੋਂ 40 ਸਾਲ ਦੇ ਵਿੱਚ ਜਿਹੜੀ ਜਨਰੇਸ਼ਨ ਹੁੰਦੀ ਹੈ ਪਿਛਲੀ ਜਨਰੇਸ਼ਨ ਨਾਲੋਂ, ਉਹ ਆਲਮੋਸਟ ਡਬਲ ਵੈਲਥ ਜਨਰੇਟ ਕਰ ਲੈਂਦੀ ਹੈ। ਪਰ ਗਜਬ ਪਤਾ ਕੀ ਹੋਇਆ, ਪਿਛਲੇ 60 ਸਾਲਾਂ ਦੇ ਵਿੱਚ ਇਹ ਸਪੀਡ 3 ਟਾਈਮ ਹੋ ਗਈ ਹੈ। ਮਤਲਬ 20 ਸਾਲਾਂ ਦੇ ਸਮੇਂ ਦੇ ਵਿੱਚ 2 ਟਾਈਮ ਵੈਲਥ ਜਨਰੇਟ ਕਰਨ ਦੀ 3 ਟਾਈਮ ਵੈਲਥ ਜਨਰੇਟ ਕਰ ਰਿਹਾ ਬੰਦਾ। ਕਿਹਾ ਗਿਆ ਬੜੀ ਜ਼ਿਆਦਾ ਵੈਲਥ ਜਿਹੜੀ ਹੈ ਫਲੋ ਕਰ ਰਹੀ ਚਾਰ ਚੁਫੇਰੇ, ਲੋਕਾਂ 'ਚ ਬਾਇੰਗ ਐਬਿਲਿਟੀ ਵੱਧ ਰਹੀ, ਸਭ ਚੀਜ਼ਾਂ ਹੋ ਰਹੀਆਂ। ਦਾਨਿਸ਼ਮੰਦ ਲੋਕ ਜਿਹੜੇ ਬਹੁਤ ਬਰੀਕੀ ਨਾਲ ਚੀਜ਼ਾਂ ਨੂੰ ਦੇਖਦੇ, ਉਹ ਕਹਿੰਦੇ ਇਟਸ ਨਥਿੰਗ। ਬੰਦਾ ਇਹਦੇ ਤੋਂ ਕਈ 100 ਗੁਣਾ ਵੱਧ ਜਨਰੇਟ ਕਰ ਸਕਦਾ ਹੈ। ਬੰਦੇ 'ਚ ਐਬਿਲਿਟੀ ਕੁਦਰਤ ਨੇ ਪਾਈ ਹੈ। ਕਿਉਂ? ਕਿਉਂਕਿ ਜਿਤਨੇ ਇਹ ਗੁਣ ਗ੍ਰਹਿਣ ਕਰੇਗਾ, ਗੁਣਾਤਮਕ ਪੱਖ 'ਚ ਇਹ ਪੌੜੀਆਂ ਚੜ੍ਹਦਾ ਲਗਾ ਜਾਏਗਾ। ਆਪ ਦੇਖੋਗੇ ਮੇਰੇ ਆਪਣੇ ਜਾਣਨ ਦੇ ਵਿੱਚ ਬੱਚੇ, ਯੰਗ ਬੱਚੇ ਜਿਹੜੇ ਮੇਰੇ ਕੋਲ ਕਦੀ ਗੁਰਮਤ, ਅਸੀਂ ਫਿਲਾਸਫੀ ਡਿਸਕਸ ਕਰਦੇ ਸੀ, ਕਲਾਸਿਸ ਲਾਉਂਦੇ ਸੀ, ਮਾਪੇ ਲੈ ਕੇ ਆਉਂਦੇ, ਭਾਈ ਸਾਹਿਬ ਥੋੜ੍ਹਾ ਬਹੁਤਾ ਬਾਣੀ ਨਾਲ ਅੰਗੇਜ ਕਰਦੇ ਉਸ ਰੂਪ ਦੇ ਵਿੱਚ, ਐਂਡ ਦੇ ਆਰ ਟਰਨਿੰਗ 24, 25, 26 ਐਂਡ ਇਨ ਟਿਲ ਦੈਟ ਏਜ, ਇਸ ਉਮਰ ਤੱਕ ਉਹਨਾਂ ਨੇ ਦੇ ਆਰ ਟਾਕਿੰਗ ਅਬਾਊਟ 500,000 millions by their own earnings, not from their family gifts, no। ਇਹ ਕੀ ਹੈ? ਗੁਣ ਨੇ। ਤੇ ਫਿਰ ਗੁਣ ਦਾ ਮਤਲਬ ਇਹ ਨਹੀਂ ਹੈ ਕਿ ਉਹਨੇ ਸਕਿੱਲ ਜਾਂ ਪ੍ਰੋਫੈਸ਼ਨ ਡਿਵੈਲਪ ਕੀਤਾ। ਇਹਦਾ ਗੁਣ ਦਾ ਮਤਲਬ ਹੈ ਕੁਝ ਉਹਨਾਂ 'ਚ ਜਿਹਨੂੰ ਵਰਕ ਐਥਿਕਸ ਕਹਿੰਦੇ ਆ, ਓਨੈਸਟ ਵੇ ਨਾਲ ਕੰਮ ਕਰਨਾ ਹੈ। ਮਤਲਬ ਰਿਮੋਟ ਵਰਕਿੰਗ ਕਰ ਰਹੇ ਨੇ, ਫਿਰ ਇਹੀ ਨਹੀਂ ਇਕੱਲਾ, ਬੜੀ ਲੋਇਲ ਨੇ ਆਪਣੇ ਕੰਮ ਦੇ ਨਾਲ। ਫਿਰ ਹੋਰ ਇਸ ਤੋਂ ਇਹ ਸਾਰੇ ਗੁਣ ਨੇ। ਪੇਸ਼ੈਂਸ, ਧੀਰਜ, ਕਿੱਡੀ ਵੱਡੀ ਗੁਣ ਦੀ ਜਿਹੜੀ ਪ੍ਰਪਾਰਟੀ ਹੈਗੀ। ਇਹ ਸਾਰੀਆਂ ਚੀਜ਼ਾਂ ਬੰਦਾ ਆਪਣੇ ਅੰਦਰ ਲਿਆ ਸਕਦਾ ਹੈ। ਮੈਂ ਬਾਤ ਕਰ ਰਿਹਾ ਸੀਗਾ ਜਿਹੜੀ ਵਾਹਿਗੁਰੂ ਦਾ ਧਿਆਨ ਕਰਕੇ ਅਰਦਾਸ ਕਰਨ ਦਾ। ਅਰਦਾਸ ਦਾ ਕਨਸੈਪਟ ਬਲੀਵ ਤੇ ਫੇਥ ਨਾਲ ਜੁੜਦਾ ਹੈ। ਤੁਸੀਂ ਕੋਈ ਵੀ ਚੀਜ਼ ਧਰਤੀ ਤੇ ਬਣਾਉਣ ਤੋਂ ਪਹਿਲਾਂ ਆਪਣੇ ਅੰਦਰ ਉਹਦੇ ਪ੍ਰਤੀ ਇੱਕ ਬਲੀਵ ਜਨਰੇਟ ਕਰਦੇ ਹੋ, ਇੱਕ ਵਿਸ਼ਵਾਸ ਜਿਹੜਾ ਉਹ ਪੈਦਾ ਕਰਦੇ ਹੋ। ਸਪੋਜ਼ ਉਹੀ ਵਿਸ਼ਵਾਸ ਅਸੀਂ ਆਪਣੇ ਬੱਚਿਆਂ 'ਚ, ਆਪਣੇ ਆਲੇ ਦੁਆਲੇ 'ਚ, ਆਪਣੇ ਸਨੇਹੀਆਂ 'ਚ ਪਾਉਂਦੇ ਹਾਂ। ਉਸ ਰੂਪ ਦੇ ਅੰਦਰ ਇੱਕ ਛੋਟਾ ਜਿਹਾ ਬੱਚਾ ਆ, ਉਹ ਇੱਕ ਦਿਨ ਉਸੇ ਰੂਪ ਦੇ ਵਿੱਚ ਗੱਲ ਕਹਿਣਾ ਆ ਕਿ ਡੈਡ, ਆਈ ਵਾਂਟ ਟੂ ਬੀ this kind of person, I want to be this kind of professional। ਮਾਂ ਪਿਤਾ ਉਹਦੀਆਂ ਅੱਖਾਂ 'ਚ ਝਾਤ ਮਾਰ ਕੇ ਦੇਖਦਾ, ਉਹਨੂੰ ਸਹਿਲਾਉਂਦਾ ਉਹਦੇ ਚਿਹਰੇ ਨੂੰ, ਉਹਨੂੰ ਕਹਿੰਦਾ ਪੁੱਤ ਇਹ ਤੇ ਕੁਛ ਵੀ ਨਹੀਂ, ਇਹੋ ਜਿਹੇ ਪ੍ਰੋਫੈਸ਼ਨਲ ਤੇਰੇ ਵਾਸਤੇ ਕੰਮ ਕਰਿਆ ਕਰਨਗੇ। ਯੂ ਗੋਨਾ ਬੀ ਮੋਰ ਦੈਨ ਦੈਟ, ਬਲੀਵ ਮੀ। ਇੱਥੋਂ ਇੱਕ ਬਲੀਵ ਦਾ ਰੰਗ ਆਉਂਦਾ। ਬਾਬਾ ਜੀ ਦਾ ਆਪਾਂ ਥੋੜ੍ਹੀ ਜਿਹੀ ਗੱਲ ਜੇ ਆਪਾਂ ਆਪਣੇ ਖਿੱਤੇ ਦੇ ਰੂਪ ਵਿੱਚ ਆਪਣੇ ਇਤਿਹਾਸ 'ਚੋਂ ਕਰੀਏ, ਉਸ ਖਿੱਤੇ ਦੇ ਵਿੱਚ ਇੱਥੇ ਨਾ ਪੀਰ ਤੇ ਮੀਰ ਦੀ ਗੱਲ ਆਉਣੀ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਆਪਾਂ ਥੋੜ੍ਹੀ ਦੇਰ 'ਚ ਜਦੋਂ ਅੱਗੇ ਜਾ ਕੇ ਪੜ੍ਹਨਾ ਨਾ, ਤੇ ਮਹਾਰਾਜ ਬਿਆਨ ਕਰਦੇ ਕਿ ਜੈਸੀ ਦਸ ਹੈ ਧੀਰ ਮੀਰ, ਜੈਸੇ ਉਦਾਹਰਣ ਗੁਰ ਹੈ ਪੀਰ। ਪੀਰ ਤੇ ਮੀਰ ਸਾਡਾ ਕਨਸੈਪਟ ਹੈ, ਮੀਰੀ ਤੇ ਪੀਰੀ ਦਾ। ਇਹ ਬਿਲਕੁਲ ਗੁਰੂ ਨਾਨਕ ਸਾਹਿਬ ਦੀ ਕ੍ਰਿਸਟਲ ਕਲੀਅਰ ਇਹ ਸੋਚ ਆ ਰਹੀ ਉਸ ਰੂਪ ਦੇ ਵਿੱਚ। ਬਾਬਾ ਜੀ ਨੇ ਕਿਹਾ ਤੁਸੀਂ ਪਾਤਸ਼ਾਹਾਂ ਦੇ ਪਾਤਸ਼ਾਹ ਕੋਲ ਜਾਣਾ ਤੇ ਤੁਹਾਡਾ ਜੀਵਨ ਪਾਤਸ਼ਾਹੀ ਵਾਲਾ ਹੋਏਗਾ। ਜਦੋਂ ਅਸੀਂ ਸਿੱਖੀ ਸੰਕਲਪ 'ਚ ਅੱਗੇ ਜਾ ਕੇ ਦੇਖਦੇ ਨਾ, ਸਿੱਖ ਰਜ਼ੀਮ ਜਦੋਂ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਉਸ ਬਖਸ਼ਿਸ਼ ਦੇ ਨਾਲ ਆਪਣੀ ਐਫਰਟ ਕਰਦਾ ਵੱਧਦਾ ਆ, ਉਹ ਫਿਰ ਜਿੱਥੇ ਪਹੁੰਚਦਾ ਆ, ਹੰਨੇ ਹੰਨੇ ਮੀਰੀ ਮੀਨ
ਉਹ ਆਪਣੇ ਮੀਰ ਆਪ ਬਣਦੇ ਨੇ, ਉਹ ਆਪਣੇ ਡਿਸੀਜਨ ਮੇਕਰ ਆਪ ਬਣਦੇ ਨੇ। ਧਰਤੀ ਦੀ ਫਜ਼ਾਨ ਦੇ ਵਿੱਚ ਐਕਚੁਅਲ ਜਿਹੜਾ ਸਵਰਨ ਕੌਨਸੈਪਟ ਆ, ਜਿਹੜਾ ਅਸਲ ਆਜ਼ਾਦਾਨਾ ਕੌਨਸੈਪਟ ਆ, ਉਹ ਉਹਨਾਂ ਦੇ ਸਾਹਮਣੇ ਪੈਦਾਇਸ਼ ਵਿੱਚ ਆਉਂਦਾ ਹੈ। ਉਹ ਧਰਤੀ ਦੀ ਹਾਇਰ ਲੈਵਲ ਦੀ ਜਿਹੜੀ ਆਜ਼ਾਦੀ ਉਹਨੂੰ ਮੰਨਣ ਦਾ ਸੁੱਖ ਮਾਣਦੇ ਨੇ ਉੱਥੇ ਉਸ ਰੂਪ ਦੇ ਵਿੱਚ। ਇਹ ਸਾਰਾ ਕੁਝ ਕਿੱਥੋਂ ਆਇਆ ਆ? ਉਹ ਕਦੀ ਗੁਰੂ ਬਾਬਾ ਜੀ ਨੇ ਉਹਨੂੰ ਵਿਜ਼ਨ ਦਿੱਤਾ ਸੀਗਾ, ਸੁਪਨਾ ਦਿੱਤਾ ਸੀਗਾ। ਇਹ ਸੁਪਨਾ ਤੁਸੀਂ ਅਰਨ ਕਰ ਸਕਦੇ ਹੋ। ਉਹ ਲੋਕ ਜਿਹੜੇ ਗਰੀਬ ਘਸਿਆਰੇ ਸੀ, ਜਿਨ੍ਹਾਂ ਦੇ ਬਾਬਤ ਲਫ਼ਜ਼ ਯੂਜ਼ ਕੀਤਾ ਜਾਂਦਾ ਸੀ ਮੋਰੂਸੀ ਤੇ ਮਜਾਰੇ, ਆਪਣੀ ਕੋਈ ਮਲਕੀਅਤ ਨਹੀਂ। ਆਪ ਦੇਖੋਗੇ ਇਤਿਹਾਸ 'ਚ ਛੋਟੀ ਜਿਹੀ ਐਗਜ਼ਾਮਪਲ ਕਰਕੇ ਬਚਨ ਤੇ ਵਾਪਸ ਆ ਜਾਂਦਾ ਹਾਂ। ਬਾਬਾ ਜੀ ਨੇ ਕਿਰਤ ਦਾ ਸੰਕਲਪ ਲਿਆਂਦਾ। ਕਿਰਤ ਦਾ ਸੰਕਲਪ ਸਿਰਫ ਕੰਮ ਕਰਨਾ ਨਹੀਂ ਹੁੰਦਾ, ਕਿਰਤ ਦਾ ਸੰਕਲਪ ਹੁੰਦਾ ਹੈ ਧਰਤੀ 'ਤੇ ਸਹੀ ਢੰਗ ਨਾਲ ਕੰਟਰੀਬਿਊਟ ਕਰਨਾ, ਅਤੇ ਉਸ ਕੀਤੇ ਹੋਏ ਕੰਟਰੀਬਿਊਸ਼ਨ ਦੇ ਵਿੱਚੋਂ ਜੋ ਰਿਸੋਰਸਿਸ ਇਜਾਦ ਹੋਣੇ ਨੇ ਉਹਨਾਂ ਦੀ ਮਲਕੀਅਤ ਮਾਣ ਸਕਣਾ। ਦੈਟ ਇਜ਼ ਕਾਲਡ ਕਿਰਤ। ਤੁਸੀਂ ਓਨੈਸਟ, ਜਿਹੜੀ ਹਾਰਡ ਅਰਨਿੰਗ ਕਹਿੰਦੇ ਹੋ ਇਸ ਨੂੰ, ਪਰ ਜਿਹੜੀ ਅਰਨਿੰਗ ਆ ਉਹਦੇ 'ਤੇ ਡਾਕਾ ਪੈ ਜੇ ਤੁਹਾਡੀ ਕਿਰਤ ਨਹੀਂ ਗਈ, ਫਿਰ ਤੁਹਾਡੀ ਬੇਗਾਰੀ ਹੈ। ਲੋਕ ਬੇਗਾਰੀ ਕਰਦੇ ਨੇ, ਬੜੇ ਹਾਰਡ ਅਤੇ ਓਨੈਸਟ ਵੇ ਨਾਲ ਐਫਰਟ ਵੀ ਪਾ ਦੇਣ, ਅਤੇ ਜੇ ਅਰਨਿੰਗ ਆ, ਜੇ ਉਹੀ ਨਹੀਂ ਉਹਨਾਂ ਦੀ ਝੋਲੀ ਪੈ ਰਹੀ, ਦੈਟ ਇਜ਼ ਹਾਫ ਪਾਰਟ ਆਫ ਦੇਅਰ ਐਕਚੁਅਲੀ ਜਿਹੜਾ ਉਸ ਰੂਪ ਦੇ ਵਿੱਚ ਆ। ਕਿਰਤ ਹੁੰਦਾ ਹੈ ਇੱਕ ਆਜ਼ਾਦਾਨਾ ਢੰਗ ਦੇ ਨਾਲ ਆਪਣੀ ਹਾਰਡ ਐਂਡ ਓਨੈਸਟ ਅਰਨਿੰਗ ਨੂੰ ਮਲਕੀਅਤ ਦੇ ਸਕਣਾ। ਅਤੇ ਇਹ ਕਿਵੇਂ ਪੋਸੀਬਲ ਸੀਗਾ? ਫਿਊਡਲ ਸਿਸਟਮ ਹੈ, ਜਗੀਰਦਾਰੀ ਨਿਜ਼ਾਮ ਆ। ਜਗੀਰਦਾਰੀ ਨਿਜ਼ਾਮ ਦੇ ਵਿੱਚ ਮਜਾਰੇ ਬੈਠੇ ਸਾਰੇ, ਜਗੀਰਦਾਰ ਆਪਣੇ ਤਰੀਕੇ ਨਾਲ ਕੰਮ ਚਲਾਉਂਦਾ। ਜਗੀਰਦਾਰਾਂ ਦੀਆਂ ਅੱਗੇ ਜਿਹੜੀਆਂ ਖਾਸ ਕਰਕੇ ਉਹਨਾਂ ਦੀਆਂ ਟਾਈਜ਼ ਨੇ ਉਹ ਵੱਡੇ ਲਟੇਰਿਆਂ ਦੇ ਹੱਥ ਨੇ, ਜਿਨ੍ਹਾਂ ਨੂੰ ਸ਼ਾਹ ਜਾਂ ਉਸ ਵਕਤ ਦੇ ਕਹਿ ਲਓ ਕਿ ਬਾਦਸ਼ਾਹ ਹੁਕਮਰਾਨ ਕਹਿੰਦੇ। ਉਸ ਤਰੀਕੇ ਨਾਲ ਇਸ ਨਿਜ਼ਾਮਤ ਨੂੰ ਗੁਰੂ ਬਾਬਾ ਜੀ ਕ੍ਰੈਕ ਡਾਊਨ ਕਰਦੇ, ਤੋੜਦੇ ਨੇ ਉਸ ਸਾਈਕਲ ਵਾਸਤੇ। ਹੁਣ ਉਹਦੀ ਸ਼ੁਰੂਆਤ ਕਿੱਥੋਂ ਕੀਤੀ ਜਾਏ? ਬਾਬਾ ਜੀ ਨੇ ਕਿਹਾ ਸਭ ਤੋਂ ਪਹਿਲਾਂ ਆਪਣਾ ਇੱਕ ਜ਼ਮੀਨ ਦਾ ਟੁਕੜਾ ਲਿਆ ਜਾਏ। ਅੱਜ ਵਰਗਾ ਹਾਲ ਨਹੀਂ ਸੀਗਾ, ਇੱਕ ਬੰਦਾ ਵੇਚ ਰਿਹਾ, ਦੂਜਾ ਬੰਦਾ ਖਰੀਦ ਰਿਹਾ। ਜ਼ਮੀਨ ਦੀ ਖਰੀਦੋ ਫਰੋਖਤ ਤੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸ਼ੁਰੂ ਹੋਈ, ਕਿਉਂਕਿ ਇਹਨਾਂ ਨੇ ਰਜਿਸਟਰੀ ਕੌਨਸੈਪਟ ਲਿਆਂਦਾ ਹੈ। ਰਜਿਸਟਰਾਰ ਬਿਠਾਇਆ ਕਲੈਕਟਰ ਆਫਿਸ ਦੇ ਵਿੱਚ, ਜਿੱਥੋਂ ਕਹਿੰਦੇ ਰਜਿਸਟਰੀ ਹੋ ਗਈ ਜ਼ਮੀਨ ਦੀ ਜੀ ਇਸ ਰੂਪ ਦੇ ਵਿੱਚ। ਉਸ ਜ਼ਮਾਨੇ ਦੇ ਵਿੱਚ ਸੰਕਲਪ ਹੁੰਦਾ ਸੀਗਾ ਪਟੇ ਦਾ, ਬੈ ਦਾ, ਤੇ ਜਾਂ ਮੋਸਟਲੀ ਜਿਹਨੂੰ ਅਸੀਂ ਲੀਜ਼ ਕਹਿੰਦੇ ਆ, ਮੋਰੂਸੀ ਜਾਂ ਠੇਕੇ ਵਾਲਾ ਕੌਨਸੈਪਟ ਇਹ ਸੀਗਾ। ਇਹਦੇ ਵਿੱਚ ਹੀ ਸਾਰਾ ਕੁਝ ਚੱਲਦਾ ਸੀਗਾ। ਕਿਤੇ ਕਿਤੇ ਮਤਲਬ ਬੈ ਖਰੀਦ ਹੋਣਾ ਬਹੁਤ ਰੇਅਰਲੀ ਕਿਤੇ ਹੁੰਦਾ ਸੀਗਾ। ਉਸ ਰੂਪ ਦੇ ਵਿੱਚ ਜਿਹੜੀ ਬੈ ਜ਼ਮੀਨ ਆ ਉਹ ਲੱਭੀ ਜਾਏ, ਬੜੀ ਐਫਰਟ ਪਾ ਕੇ, ਜਿਹੜੀ ਦੋਧੇ ਖੱਤਰੀ ਤੋਂ ਰਾਵੀ ਦੇ ਕੰਢੇ, ਜਿੱਥੇ ਕਰਤਾਰਪੁਰ ਗੁਰਦੁਆਰਾ ਸਾਹਿਬ ਬਣਿਆ, ਕੋਰੀਡੋਰ ਖੁੱਲਿਆ ਰੀਸੈਂਟਲੀ, ਜਿਹੜਾ ਦੁਨੀਆ 'ਤੇ ਮਤਲਬ ਮਿਰਾਕਲਸ ਚੀਜ਼ ਹੋਈ ਹੈ। ਐਡਾ ਵੱਡਾ ਮਤਲਬ ਕਹਿ ਲਓ ਮੁਅੱਜ਼ਾ ਹੋਇਆ ਕਿ ਲੋਕੀ ਖੁਦ ਹੈਰਾਨ ਰਹਿ ਗਏ ਨੇ। ਦੋ ਆਪੋਜ਼ਿਟ ਫੋਰਸਿਸ ਉੱਥੇ ਆਪੋਜ਼ਿਟ ਰਜ਼ੀਮ ਤਾਕਤ 'ਚ ਬੈਠੇ, ਤੋਪਾਂ ਤੇ ਬੰਬ ਬੀੜ ਰਹੇ ਇੱਕ ਦੂਜੇ ਦੇ ਵਾਸਤੇ, ਤੇ ਜੋ ਇੰਤਹਾ ਹੋ ਰਹੀ ਉਸ ਸਾਰੇ ਦੇ ਅੰਦਰ ਇੱਕ ਰਾਹ ਖੁੱਲ ਰਿਹਾ। ਕਮਾਲ ਇਹ ਹੈ, ਦੋਨਾਂ ਪਾਸੇ ਦੀ ਸੋਚ ਹੈ, ਕਹਿੰਦੀ ਵੀ ਨਹੀਂ ਅਸੀਂ ਇਹਨੂੰ ਨਹੀਂ ਲਾਈਕ ਕਰਦੇ, ਅਸੀਂ ਇਹਨੂੰ ਨਹੀਂ ਲਾਈਕ ਕਰਦੇ, ਪਰ ਰਾਹ ਖੁੱਲ ਰਿਹਾ। ਇਹ ਗੁਰੂ ਨਾਨਕ ਸਾਹਿਬ ਦਾ ਮੁਅੱਜ਼ਾ ਹੈ। ਇਹ ਕਰਾਮਾਤ, ਕਮਾਲੇ ਕਰਾਮਾਤ ਗੁਰੂ ਨਾਨਕ ਸਾਹਿਬ ਦੀ, ਅਦਰਵਾਈਜ਼ ਹੋ ਹੀ ਨਹੀਂ ਸਕਦਾ। ਲੋਕੀ ਕਹਿੰਦੇ ਬਰਲਿਨ ਵਾਲ can be actually broken, it can be actually destroyed, but comparatively these two forces not at all। ਮਤਲਬ ਇਹ ਤੇ ਹੋ ਹੀ ਨਹੀਂ ਸਕਦਾ। ਆਪ ਦੇਖੋ ਕੋਰੀਡੋਰ ਖੁੱਲਿਆ ਸਾਰੇ ਰੂਪ ਦੇ ਵਿੱਚ। ਖੈਰ, ਇਹ ਜਿਹੜੀ ਸਰਜ਼ਮੀਨ ਕਰਤਾਰਪੁਰ ਵਾਲੀ, ਇਹ ਗੁਰੂ ਬਾਬਾ ਜੀ ਨੇ ਖਰੀਦੀ। ਇੱਥੇ ਕਿਰਤੀਆਂ ਦੀ ਜਮਾਤ ਬਿਠਾਈ। ਕਿਹਾ ਆਓ ਤੁਹਾਨੂੰ ਅਸੀਂ ਕਿਰਤ ਕਰਨੀ ਸਿਖਾਵਾਂਗੇ। तो किरत का इवजाना लोग जो शुरू च आए ना, गुरु बाबा जी ने मनियादी करवाई सी पिंडां दे विच, ढोल दे के ना मनियादी करवाई आले दुआले नगरां च। गुरु नानक साहब ने भी नवां नगर वसा रहे ने गुरु नानक महाराज, ते आओ उत्थे आके अपना उत्थे किरती बनो, किरत करो। उत्थे लोग आए, आके लोगों ने पूछा गुरु नानक महाराज को भी गुरु पातशाह नवे मजारे बिठा रहे हो? बाबा जी कहते नहीं नहीं मजारे नहीं बिठा रहे। कहते फिर कुछ बेगारी वास्ते बंदे लभ रहे हो? मनियादी हुई सी पिंड विच। महाराज कहते नहीं नहीं, मनियादी जिहड़ा हैगा उहदे लई नहीं करवाई किसी किस्म के बेगारी करने वाले, किरती चाहिए ने। ये संकल्प उन्होंने समझ नहीं आया। खैर, कुछ लोग आके गुरु साहब को प्यार करने वाले लग गए, खेती करन लग गए। पहली फसल हुई झोने की, मोस्टली मकई की सी, वड्डे पद्धर ते बड़ी कमाल की फसल। जो फसलों के पूरे कुप बने, तो उस तो बाद गुरु बाबा जी को किसान पूछने वास्ते आए कि महाराज हुण करना की है, वंड किवें करनी है, किस तरीके नाल? बाबा जी कहते कादी वंड? एक फसल तुहाडी, मलकीयत तुहाडी, तुसीं इहनूं माणो, मैनूं नहीं पता।
इत्थों उन्होंने पता लगा भी आजादाना ढंग नाल जीना की होंदा है। ये मतलब ये एक्चुअल लैवल ते पहला उन्होंने मीरी का कॉन्सैप्ट है। अज पहली बार वो मीर बने, अज वो शाह बने ने, अज मंगते नहीं रहे। अज किसी जगीरदार के विहड़े दे विच जाके उन्हें झोली करके जगीरदार नूं ये नहीं कहना भी जगीरदार साहब मेरे बच्चे भुखे ने, मैं आटा पीना इस करके मैनूं कणक दे दिओ, मैनूं थोड़ा अनाज चाहिदा है ना। अज उन्होंने पता लगा मैं अपनी भुख नूं अपनी लोड़ नूं आप पूरियां कर सकदा, मेरे घर रिज़क दी इन्नी जिहड़ी है पहुँच हो सकती है। इत्थों संकल्प शुरू होया। फिर इत्थे ही नहीं, और अगले तो अगले पड़ाव दे विच डिसीजन मेकिंग दा हायर लैवल, जिथे जाके उन्हें अपनी निजामत भी आप चलानी है। बिल्कुल जिन्होंने बाद असीं पंचायत कॉन्सैप्ट कहने हैं। इहदा जे संकल्प बाणी च आ जाओगे ना, पंच परवान पंच प्रधान पंचे पावें दरगह मान, दरगाह दा मान, रब दी कोट जिथे लगनी है। बंदा कहना मैं तो रब दी कोट देखी नहीं गी। अज का साडा आलम थोड़ी गहरी बात है, सुरजीत पात्र वो बयान करता, इतना उच्चा सिंघासन अदली राजे दा मजलूमां दी जिंदगी राहे गुजर गई। अदली जिहड़ा अदालत लाउंदा है, कोर्ट, कहंदे कोर्ट एडे उच्चे बन गए कि मजलूम बेचारे राहां च रुल ला गए। रब दा कोर्ट वो किसी ने देखा तो बड़ा उच्चा आ। जदों रब मेरे तुहाडे सब दे विच विचर रहा आ, गुणां दे परिपेख दे विच असीं उहनूं माणदे ते एहसासदे हां, गुण ग्रहण करदे हां, गुण वंडदे हां, गुणां 'च जिउंदे हां, गुणां वालियां बस्तियां स्थापित करदे हां। रब धरती ते उतर आउंदा है। फिर बंदियां दी कोट नहीं लगदी, फिर रब दी कोट लगदी है। फिर तख्त जिहड़ा आ वो भी अकाल दा हो जाता है। तुसीं चीज़ां नूं रिफ्लैक्ट करदियां नूं देखो। अनफॉर्चुनेटली असीं उस लैवल ते उहनूं अंडरस्टैंड नहीं कर पाउंदे। बाबा जी ने इस तरीके दीयां चीज़ां प्रगट कीतियां, मनुखां दे जरिए मनुख दा दारू बनेगा, पर गुणात्मक पक्ष तो मनुख दे उत्ते कब्जा नहीं करेगा, गुलाम नहीं बनाएगा। मनुख वास्ते किसी किस्म की पीड़ा का दर्द का उहदा सबब नहीं बनेगा। मनुख लई आसानी पैदा करेगा, मनुख के दर्द का दारू बनेगा। ये सारी बात उस रूप में उसरेगी तो एक लैवल लगेगा कि कमाल ये है, कत जाइए रे कर लागो रंग। लोग कहते कोई ना जून कटी कर लीए, एक दिन धरती ते साह पूरे होणगे, अखां बंद होणगियां, पहुंचांगे किते रब दे देश, पहुंचांगे किते स्वर्ग विच, करांगे दर्शन रब दे उत्थे जाके। भगत रामानंद जी कहंदे ना हुण किते जाण दी लोड़ ही नहीं रह गई। कत जाइए रे कर लागो रंग, घर ही रंग लग गया। मेरा चित ना चला है, मन भयो भंग, हुण मेरा चित किसी पासे जांदा ही नहीं। मन भंग हो गया, मन दीयां लत्तां टुट गईयां, मन उसदे च दौड़ भजन वाली भाव इत्थे ही स्टेबिलिटी आ गई है। ये रूप जिहड़ा आ ये तुहाडे बलीव विश्वास दे विचों उस जगह ते पहुंचदा जदों विश्वास नूं एक उमंग मिलदी है। अज दा वचन जिहड़ा गुरु बाबा जी ने कहा इहदे ते एम्फेसाइज करदे आ, तुम दाते, वो वाहिगुरू दाता आ, दहिंदया गिवर आ, उन्होंने कोई किसी किस्म के नाल उहदे कोल कमी कोई नहीं नवाज सकता। तुम दाते प्रभ देनहार, तो देनहार है, देनहार मीन सपोज तुसी किसी की शॉप पर जाओ तो उत्थे बहुत समान पिया होए तो तुसी उन्होंने पुछो जाके भी आर यू सैलिंग ऑल दैट स्टफ, तो बंदा जे किते थोड़ा जिहा नहरू होए तो हो सकता है वो कहे भी आर यू क्रेजी, वाई आई एम सिटिंग हियर, वाई इट्स ऑन डिस्प्ले, I open this store to sell this stuff. Just give me offer or give my price, I will sell it. That is my main job here. ਜਦੋਂ ਰੱਬ ਜੀ ਦੀ ਗੱਲ ਕਰੀਏ, ਰੱਬ ਤੇ ਦਹਿੰਦ ਆ, ਦੇਣਹਾਰ ਆ, ਉਹ ਤੇ ਦੇ ਰਿਹਾ ਆ। ਅਸੀਂ ਉਹਨੂੰ ਕਹੀਏ ਵੀ ਦਾਤਾ ਤੂੰ ਆਹ ਚੀਜ਼ ਬਖਸ਼ੇਗਾ ਦਏਗਾ, ਬਾਬਾ ਜੀ ਕਹਿੰਦੇ ਉਹ ਤੇ ਦੇਣ ਵਾਸਤੇ ਬੈਠਾ ਹੈ। ਅਨਫੋਰਚੂਨੇਟ ਗੱਲ ਇਹ ਆ ਕਿ ਆਰ ਯੂ ਰੈਡੀ ਟੂ ਐਕਚੁਅਲੀ ਗੈਟ ਇਟ ਔਰ ਨਾਟ, ਆਰ ਯੂ ਰੈਡੀ ਟੂ ਐਕਚੁਅਲੀ ਆਪਣੇ ਆਪ ਨੂੰ, ਤੇਰੀ ਐਬਿਲਿਟੀ ਹੈ ਉਹਨੂੰ ਲੈਣ ਦੀ। ਹੁਣ ਸਪੋਜ਼ ਕਰੋ ਮੈਂ ਕਈ ਵਾਰੀ ਦੇਖਦਾ ਯੰਗ ਬੱਚਿਆਂ ਦੇ ਨਾਲ ਜਦੋਂ ਅਸੀਂ ਕਾਉਂਸਲਿੰਗ ਕਰਦੇ ਹਾਂ, ਟਰਨਿੰਗ 16, 17, 18, they got their G2 or G license and afterward they are struggling with their parents. I want to go to see my friends, I want to drive my car, but the family is not actually believing in me, they are not
allowing me to do that. So ਭਾਈ ਸਾਹਿਬ that's why I feel frustration, I am angry. ਇਸ ਕਿਸਮ ਦੀਆਂ ਗੱਲਾਂ ਹੁੰਦੀਆਂ। ਫੈਮਿਲੀ ਨਾਲ ਗੱਲ ਕਰੋ, ਕਹਿੰਦੇ ਭਾਈ ਸਾਹਿਬ ਤੁਸੀਂ ਜ਼ਿੰਮੇਵਾਰੀ ਲੈ ਲਓ। He is asking us, can you give me the key of the Italy car? You know, we are ready to give him whole house, whole business, everything. But is he able to get it? Is he able to responsible for that? ਸਾਨੂੰ ਇਹ ਗੱਲ ਦੱਸਦੇ ਅਸੀਂ ਤਾਂ ਦੇਣ ਲਈ ਤਿਆਰ ਹਾਂ। ਭਾਈ ਸਾਹਿਬ ਜੀ ਸਾਨੂੰ ਕੀ ਲੋੜ ਪਈ ਹੈ? ਅਸੀਂ ਤਾਂ ਕਹਿੰਦੇ ਹਾਂ ਸਾਰਾ ਕੁਝ ਇਹ ਡਿਸੀਜਨ ਮੇਕਿੰਗ ਕਰੇ, ਇਹ ਡਰਾਈਵਿੰਗ ਸੀਟ ਤੇ ਬੈਠੇ। ਵੀ ਆਰ ਰੈਡੀ ਟੂ ਟੇਕ ਬੈਕ ਸੀਟ। ਹੁਣ ਇੱਥੇ ਕੀ ਪਤਾ ਲੱਗਾ ਭਾਈ ਦੇਣ ਵਾਲਾ ਤੇ ਤਿਆਰ ਆ, ਲੈਣ ਵਾਲਾ ਐਵੇਂ ਤੇ ਨਹੀਂ ਮਿਲੇਗਾ ਨਾ। ਉਧਰ ਹੁਕਮ ਵਿੱਚ ਚੱਲਦੀ, ਕਿਸੇ ਨਿਯਮ ਵਿੱਚ ਚੱਲਦੀ ਹੈ। ਨਿਯਮ ਤੋੜ ਕੇ ਤਾਂ ਕੁਝ ਨਹੀਂ ਹੋ ਸਕਦਾ, ਬਿਲਕੁਲ ਵੀ। ਜੇ ਸਪੋਜ਼ ਕਰੋ ਜੇ ਕਿਸੇ ਨੇ नियम तोड़ के क्या कोई रिस्पॉन्सिबिलिटी है नहीं है, हु केयर, ही इज आस्किंग आई एम गोना गिव, दे दिता होएगा कि तुसी नहीं रोकोगे, रोड ते अथॉरिटीज रोकणगी। देन हु इज गोना पे प्राइस? वो इंडिविजुअल फिर गुस्से होएगा, वो गाला कटेगा। असी मैं हुण ते वरियां दे वरे हो गए प्रिजन दे विच मैनूं सर्व करदियां होया ਬੱਚੇ ਦੇਖਦਾ ਆ, ਖਾਸ ਕਰਕੇ ਜਦੋਂ ਕਿਤੇ ਉਹ ਮੋਟਰ ਵਹੀਕਲ ਜਿਹੜਾ ਹੈਗਾ ਉਹਨੂੰ ਪ੍ਰੋਪਰ ਆਪਰੇਟ ਨਹੀਂ ਕਰ ਪਾਉਂਦੇ ਐਂਡ ਦੇ ਗੈਟ ਸਟਕ ਸਮਵੇਅਰ ਇਨ ਐਕਸੀਡੈਂਟ ਐਂਡ ਸਮ ਸੋਰਟ ਆਫ ਐਕਚੁਅਲੀ ਜਿਹੜਾ ਉਹਨਾਂ ਨੂੰ ਕੋਈ ਚਾਰਜਸ ਲੱਗ ਜਾਣ ਐਂਡ ਅਪ ਜੇਲ੍ਹ ਹੋ ਜਾਣ। ਤੇ ਮੇਰੇ ਅੱਖਾਂ ਦੇ ਸਾਹਮਣੇ ਬੈਠ ਕੇ ਕਈ ਵਾਰੀ ਕਹਿਣਗੇ ਯੂ ਨੋ ਪੇਰੈਂਟਸ ਦੇ ਡਿਡਨਟ ਗਾਈਡ ਅਸ। ਕਮਾਲ ਹੋ ਗਈ। ਪੇਰੈਂਟਸ ਨੂੰ ਪੁੱਛੀਏ ਉਹ ਭਾਈ ਵਾਈ ਯੂ ਗਾਇਜ਼ ਡਿਡਨਟ ਗਾਈਡ ਹਿਮ। ਭਾਈ ਸਾਹਿਬ ਕਿਹੜੀਆਂ ਗੱਲਾਂ ਕਰਦੇ ਹੋ, ਅਸੀਂ ਤੇ ਕਿਹਾ ਸੀਗਾ। ਫਿਰ ਬੱਚੇ ਕਈ ਵਾਰੀ ਕਹਿਣਗੇ ਯਾ ਦੇ ਵਰ ਸਜੈਸਟਿੰਗ ਅਸ, ਦੇ ਵਰ ਐਕਚੁਅਲੀ ਟੈਲਿੰਗ ਅਸ ਬਟ ਦੇ ਵਰ ਨੋਟ ਪੁਸ਼ਿੰਗ ਅਸ। ਦੇ ਵਰ ਨੋਟ ਐਕਚੁਅਲੀ ਯੂ ਕੈਨ ਸੇ ਉਹ ਉਸ ਵਕਤ ਅਥਾਰਟੀ ਦੀ ਤਰ੍ਹਾਂ ਉਹ ਐਕਟ ਕਿਉਂ ਨਹੀਂ ਕੀਤਾ ਉਹਨਾਂ ਨੇ? ਕਿਉਂ? ਕਿਉਂਕਿ ਬਾਹਰ ਵੀ ਤਾਂ ਅਥਾਰਟੀਜ਼ ਨੇ ਐਕਟ ਕੀਤਾ ਹੀ ਹੈ। ਹਾਂ, ਗੱਲ ਵੀ ਠੀਕ ਹੈ। ਕੁਝ ਚੀਜ਼ਾਂ ਅਥਾਰਟੀ ਦੇ ਰੂਪ ਵਿੱਚ ਕਰਨੀਆਂ ਪੈਂਦੀਆਂ, ਉੱਥੇ ਕਹਿਣਾ ਪੈਂਦਾ ਆ ਇਹ ਰੱਬ ਜੀ ਦਾ ਕਾਰਜ ਹੈ, ਵਾਹਿਗੁਰੂ ਅਥਾਰਟੀ ਹੈ। ਉਹ ਅਥਾਰਟੀ ਵਰਤ ਰਹੀ ਹੈ ਸਭ ਜਗ੍ਹਾ ਦੇ ਉੱਤੇ। ਅਥਾਰਟੀ ਦਾ ਕਈ ਲੈਵਲ ਨੇ ਉਹਦੇ ਦੇਖਣ ਦੇ। ਇਸੇ ਕਰਕੇ ਕਿਹਾ ਜਾਂਦਾ ਡਰਾਈਵਿੰਗ ਇਜ਼ ਨੋਟ ਯੋਰ ਰਾਈਟ, ਦਿਸ ਇਜ਼ ਜਸਟ ਅ ਪ੍ਰਿਵਿਲੇਜ ਐਂਡ ਇਫ ਯੂ ਵਾਂਟ ਟੂ ਇੰਜੋਏ ਦੈਟ ਪ੍ਰਿਵਿਲੇਜ ਯੂ ਹੈਵ ਟੂ show some sort of responsibility. You have to prove you are capable to handle that responsibility. So same way, this whole world is full with each and every leverage and perk, and we are looking for that leverage and perk. And Baba Ji is giving, Baba Ji is saying, Vaheguru देने लिए तैयार है भाई, ready है तू? महाराज मैं हाँ, show some responsibility. आज जेड़ा बचन आ रहा महाराज इच बयान कर दे, कहते तुम दाते प्रभ देनहार निमक निमक तिस नमस्कार। धन गुरु नानक महाराज। बस मत्था ही टेकिया जा सकता। बापू कहता इबादत का कॉन्सैप्ट ही है नमस्कार। आप गुरु के हजूर आते ना मत्था टेकते आप, इट्स नॉट अ स्मॉल एक्ट। एक्चुअल लैवल ते ये साडा शरीर जिहड़ा आ, वैसे कुदरत ने सानू बनाया इस तरीके नाल कि असीं ना भावना उच्ची रखनी चाहुंदे हां। आप किते भी अपने आप नूं लोअर क्यों फील करिए? आप यू नो असीं जदों डिप्रैशन की गल करते हैं तो बीइंग ए काउंसलर जो तुसीं असैस करते हैं तो असीं सब तो पहले असैस करते हैं बॉडी का कैस्चर किवें दा आ। अच्छा मोढे थल्ले डिगे ने, गर्दन भी एवें डिगी है, बंदा धौन जी झुका के आया सी, मीन बड़ा लोअर फील कर रहा है। ये इस किस्म की बात आ। जो बंदा बड़ा इंथुजियास्टिक है, बड़ा एनर्जी दे नाल फुलिया, की होएगा? मोढे एवें होणगे, धौन एवें होएगी, एंड बिल्कुल बैठेगा भी एवें गैस्चर पूरा बना के चेयर देते इस तरीके नाल, नजरां पा के देखेगा सामने। मीन प्राइड, फील सम सॉर्ट ऑफ यू कैन सेल्फ कॉन्फिडेंट इस रूप दे विच। और हाँ जदों आपां गुरु के हजूर आउंदे आपां पौड़ियां तो ही थल्ले जिहड़ी लगी हुई खाक आ उन्होंने इस तरीके मत्थे ला लेंदे, गैस्चर उत्थे बना लेंदे हाथ जोड़ के। अंदर आउंदे गोडे थल्ले लगा के, हाथ थल्ले लगा के नतमस्तक हो जाते। बाबा तरस करी, ये की है? ये है मालक कादा तेरे सामने, कादा मान, कादा प्राइड, सब कुछ तो तेरा दिता है। असीं अरदास करदे, अरदास तो पहला साडी प्रैपरेशन हुंदी मन करके। असीं मन की प्रैपरेशन करते, किवें करते मन की प्रैपरेशन? असीं शुरुआत इत्थों करते भी तुम जिहड़ा हैगा मालक जी मैं तेरे कोल अरदास करन लगा हाँ, अरदास करन तो पहले मैं अपना एहसास तेरे सामने रख रहा हाँ कि तुम ठाकुर तुम पे अरदास।
जियो पिंड सब तेरी रास, जिंद भी तेरी है, पिंड भी तेरा आ, रास भी ये तेरी रास आ। मैं महाराज दे अगे की मलकीयत करदा, सो तेरे अगे मैं अपने आप में चुका रहा, निभा रहा, लिफा रहा। इत्थे बचन महाराज ने किया, गुरु नानक महाराज ने निमक निमक तिस नमस्कार, हर एक अख दे फोड़ दे नाल ही मैं तुहानूं मत्थे टेक रहा, नमस्कार कर रहा। रहाओ दा बंद है जी शुरुआती पद दे मिल पानी जो हरे बूट, बूटा सुक रहा होए तो की चाहिए पानी। बहुत सिंपल है, कोई रॉकेट साइंस नहीं। किते तुसीं धरती ते देखदे हो माड़ी जी ह्यूमन सेंस हैगी तुहाडे अंदर, तुसीं कहोगे बूटा सुक रहा पानी पाओ इसमें, बहुत सिंपल है। अच्छा जीवन दे विच साडे दे विच सुक्कापन आ जाए, जीवन दे विच असीं रिजिड हो जाइए, ड्राई हो जाइए, वी आर लैकिंग सो मच इन आवर लाइफ सच एज लव, सच एज कंपैशन, सच एज ह्यूमननेस। सो व्हाट टू डू, कित्थे जाइए, की करना चाहिए? अपने लिए बहुत सिंपल है, हाइम कर दियां चीज़ां बाबा जी ने लिखते हैं, इक्को राइम इक्को चीज़ दे विच क्या, उत्थे पानी चाहिए, इत्थे बाणी चाहिए है। सिंपल, बहुत सरल आ। जिवें बूटे नूं सुकदे नूं पानी पाओगे बूटा हरा हो जाएगा, सुकदे जीवन में बाणी पा दो जीवन हरा हो जाएगा। बहुत से गुरु बाबा जी ने स्ट्रेट लाइन्स रखियां, कॉम्पलैक्स चीज़ रखी नहीं कोई, क्योंकि इत्थे कोई क्लास स्पैशल क्लासिकल वे दे नाल किसी नूं ज्ञान नहीं सी देना। बाबा जी ने लोक ज्ञान वंडना सी, लोकां नूं इंपावरमेंट देनी सी। क्या लोक मुहाज अपनी इंपावरमेंट ले, बचन लिखिया महाराज ने, गुरु नानक पातशाह जिक्र करदे, कहन लगे मिल पानी ज्यों हरे बूट, साध संगत त्यों हौ मैं छूट। हौ मैं अहंकार, देखो प्राइड हुंदा आ गुणां दा, प्राप्ति दा। ਜਦੋਂ पता लग गया गुण प्राप्ति मेरा कुछ तो है ही नहीं, ये तो वाहिगुरू की बख्शिश है सारी। आपां ते ओहदा हंकार करिए, जे कोई आप जनरेट किया आ तो वाहिगुरू गिवर आ, वाहिगुरू डूअर आ, एंड आई एम जस्ट रिफ्लैक्टिंग फ्यू क्वालिटीज इन माई लाइफ, आई एम जस्ट रिफ्लैक्टिंग फ्यू सॉर्ट ऑफ यू कैन से अचीवमेंट इन माई लाइफ, एंड मेन सोर्स इज वाहिगुरू। सो हाउ कैन आई फील प्राइड ऑफ all these things which are actually I am borrowing from Vaheguru Ji? So what should I do? I should be very humble. Even if I am getting more, I should be more humble. And if someone is praising me or praising my achievement, saying, oh Baba ji kamal kar diya Swarup de vich, I should say that person, no, why are you doing, why are you saying actually wrong stuff toward me? No, these statements I cannot accept it. These are wrong statements. So what would be the right statement? Right statement is, I am nothing. वाहिगुरू ने बख्शिश की सारी ਉਹਦੀ ਨਵਾਜ਼ਿਸ਼ ਆ। ਬਾਬਾ ਜੀ ਕਹਿੰਦੇ ਇਹ ਸਾਧ ਸੰਗ ਕਰ, ਸਾਧ ਸੰਗ ਹੈ ਹੀ ਉਹ ਜਿੱਥੇ ਸਾਨੂੰ ਆ ਚੀਜ਼ ਸਿਖਾਈ ਹੈ, ਜਿੱਥੇ ਸਾਡਾ ਪ੍ਰਾਈਡ, ਸਾਡਾ ਅਹੰਗ ਸਾਡੇ ਚੋਂ ਐਲੀਮੀਨੇਟ ਹੋ ਜਾਏ। ਕਾਹਦਾ ਫੇਕ ਪ੍ਰਾਈਡ ਚੱਕਣਾ ਹੈ? ਗੁਰੂ ਬਾਬਾ ਜੀ ਨੇ ਇੱਥੇ ਬਾਤ ਕੀਤੀ, ਕਹਿਣ ਲੱਗੇ ਮਿਲ ਪਾਣੀ ਜੋ ਹਰੇ ਬੂਟ, ਸਾਧ ਸੰਗ ਤਿਉ ਹਉ ਮੈਂ ਛੂਟ। ਕਿਆ ਜੈਸੀ ਦਾਸ ਹੈ ਧੀਰ ਮੀਰ, ਜਿਵੇਂ ਇੱਕ ਦਾਸ ਨੂੰ, ਇੱਕ ਨਿਮਾਣੇ ਨੂੰ ਧੀਰਜ ਹੁੰਦਾ ਆਪਣੇ ਮੀਰ ਤੇ, ਆਪਣੇ ਮਾਲਕ ਤੇ, ਆਪਣੇ ਰਾਜੇ ਤੇ। ਮੈਨੂੰ ਇਸੇ ਪ੍ਰਕਾਰ ਵਾਹਿਗੁਰੂ ਦੇ ਉਸ ਤਰੀਕੇ ਦਾ ਮਾਣ ਆ। ਮੈਂ ਹਾਂ ਮਾਣ ਮੱਤਾ ਹੈਗਾ ਆ, ਪਰ ਇਹ ਮਾਣ ਮੱਤਾ ਵਾਹਿਗੁਰੂ ਦਾ ਆ। ਮੈਨੂੰ ਅਹਿਸਾਸ ਆ ਮੇਰਾ ਮਾਲਕ ਬੜਾ ਬੇਅੰਤ ਆ, ਉਹਨੇ ਕਦੀ ਮੇਰੀ ਝੋਲੀ ਖਾਲੀ ਨਹੀਂ ਹੋਣ ਦੇਣੀ, ਕਦੀ ਮੈਨੂੰ ਡਿੱਗਣ ਡੋਲਣ ਨਹੀਂ ਦੇਣਾ। ਇਹ ਮੇਰੇ 'ਚ ਧੀਰਜ ਆ, ਇਹ ਮੇਰੇ 'ਚ ਵਿਸ਼ਵਾਸ ਆ। ਬਚਨ ਆਇਆ ਜੈਸੀ ਦਾਸੇ ਧੀਰ ਮੀਰ, ਤੈਸੇ ਉਦਾਹਰਣ ਗੁਰਹਿ ਪੀਰ। ਬਸ ਇਸੇ ਤਰੀਕੇ ਨਾਲ ਮੇਰੇ ਗੁਰੂ ਪੀਰ ਨੇ मेरा उधार कर देना है, मेरा कल्याण कर देना है। इस तो बाद ये कोई गल 3 पदे होर ने, क्योंकि समय ने अपना सफ़र मुका दिता है। आई हैव टू लीव इट हेयर। द रेस्ट ऑफ 3 स्टेंजास वी विल ट्राई टू डिस्कस इन कमिंग डे। थैंक यू वेरी मच टू पार्टिसिपेट एंड बीइंग एन अटेंटिव लिसनर। भाई साहब is going to conclude the whole program, and please forgive me for my mistakes, and if you get anything meaningful, anything sensible, please take with you. That is my plea. Thank you very much. इन्हीं कबिंतियां रख मैं क्षमा चाहांगा, भुलां गलतियां ना चितारदे होए कह देना जी वाहिगुरू जी का खालसा, वाहिगुरू